ਕਹਾਣੀ ਦਾ ਨਾਂ ਹੈ ਭੇਤ ਵਾਲੀ ਗੱਲ ਅਤੇ ਕਹਾਣੀਕਾਰ ਹਨ ਸੰਤੋਖ ਸਿੰਘ ਧੀਰ। ਵਿਹੜੇ ਦੀ ਵਲਗਣ ਉੱਤੋਂ ਉੜ ਕੇ ਮੌਕਾ ਬਚਾਉਂਦਿਆਂ ਜੈਲਦਾਰਾਂ ਦੀ ਹਰ ਪ੍ਰਕਾਸ਼ ਗਲੀ ਵਿੱਚੋਂ ਲੰਘੇ ਜਾਂਦੇ ਵਿਰਕਾਂ ਦੇ ਪਰਮਿੰਦਰ ਵੱਲ ਤੱਕਦੀ ਕਿਤੇ ਹਲਕਾ ਜਿਹਾ ਮੁਸਕਰਾ ਪਈ ਕਿ ਅਚਨਚੇਤ ਮੋੜ ਉੱਤੋਂ ਆ ਧਮਕੇ ਬਾਰੀਆਂ ਦੇ ਤਿਲਕੂ ਨੇ ਟੇਢੀ ਅੱਖੀਂ ਵੇਖ ਲਿਆ। ਇੱਕ ਤਾਂ ਇਸ਼ਕ ਮੁਸ਼ਕ ਲੁਕਾਇਆ ਸੋਰੇ ਲੁਕਦੇ ਵੀ ਤਾਂ ਨਹੀਂ ਹਨ। ਬਾਰੀਆਂ ਦੇ ਤਿਲਕੂ ਨੂੰ ਜਿਵੇਂ ਕੁਝ ਲੱਭ ਪਿਆ ਹੋਵੇ। ਥੋੜ੍ਹਾ ਥੋੜ੍ਹਾ ਖੰਘਦਾ ਅਤੇ ਮੁਸਕਰਾਉਂਦਾ ਉਹ ਆਇਰਨ ਹਾਲੀ ਆਇਆ। ਸੁੱਚਾ ਲੋਹਾਰ ਉਹਦਾ ਜਿਗਰੀ ਯਾਰ ਸੀ, ਪਰ ਆਇਰਨ ਹਾਲੀ ਉੱਤੇ ਟੁੱਟ ਮੁਰੰਮਤ ਕਰਾਉਣ ਅਤੇ ਫਾਲੇ ਆਦਿ ਡੰਗਾਉਣ ਵਾਲੇ ਕਿਸਾਨਾਂ ਦਾ ਇਕੱਠ ਜਿਹਾ ਸੀ। ਉਹ ਪੈਰ ਜਿਹੇ ਮਲਦਾ ਖਲੋ ਗਿਆ। ਭਖਦੇ ਲੋਹੇ ਉੱਤੇ ਘਣ ਦੀਆਂ ਸੱਟਾਂ ਥੰਮਦਿਆਂ ਸੁੱਚੇ ਲੋਹਾਰ ਨੇ ਐਵੇਂ ਜਰਾ ਸਾਹ ਲੈਣ ਦੇ ਬਹਾਨੇ ਪੁੱਛਿਆ, ਸੁਣਾ ਕਿੱਧਰ ਆਇਆ ਵੈਲੀਆ? ਅੱਜ ਤਾਂ ਬੜੇ ਦੰਦ ਨਿਕਲਦੇ ਨੇ, ਕੋਈ ਖੁਸ਼ਖਬਰੀ ਮਿਲ ਗਈ? ਓਏ ਆਪਾਂ ਤਾਂ ਸਦਾ ਖੁਸ਼ ਰਹਿੰਦੇ ਹਾਂ ਮਿਸਤਰੀ, ਸਦਾ ਖੁਸ਼। ਤੇਰੇ ਮੰਗਣ ਧੰਦ ਨਹੀਂ ਪਿੱਟਦੇ ਸਾਰਾ ਦਿਨ। ਭਖਦੇ ਸੂਹੇ ਲੋਹੇ ਉੱਤੇ ਹਲਕੀ ਜਿਹੀ ਛਾਈ ਦਿਸਣ ਲੱਗੀ। ਨਾ ਮਖਾ ਗੱਲ ਹੈ ਕੋਈ? ਸੁੱਚੇ ਨੇ ਤਾਓ ਜਾਂਦਾ ਦੇਖ ਹਾਸੀ ਨੂੰ ਛੱਡਦਿਆਂ ਮਤਲਬ ਦੀ ਗੱਲ ਪੁੱਛੀ। ਤੂੰ ਕੰਮ ਕਰ ਹਾਲੇ, ਫੇਰ ਕਰਨ ਵਾਲੀ ਹੈ ਗੱਲ ਵੇਲ ਸਮੇਂ। ਆਹੋ। ਤੇ ਤਿਲਕੂ ਸੈਨਤ ਜਿਹੀ ਸੁੱਟਦਾ ਉੱਥੋਂ ਤੁਰ ਗਿਆ। ਤਿਲਕੂ ਬਾਰੀਏ ਨੇ ਸੁੱਚੇ ਲੋਹਾਰ ਨੂੰ ਭਾਵੇਂ ਤਕੜਾਈ ਨਾਲ ਆਖਿਆ ਸੀ ਕਿ ਗੱਲ ਉਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਪਰ ਸੁੱਚੇ ਲੋਹਾਰ ਲਈ ਰਾਮ ਸਿੰਘ ਫੌਜੀ ਤਾਂ ਕੋਈ ਓਪਰਾ ਨਹੀਂ ਸੀ। ਬਚਪਨ ਦੇ ਆੜੀ, ਇੱਕ ਦੂਜੇ ਦੇ ਭੇਤੀ, ਖਾਣ ਪੀਣ ਦੇ ਸਾਂਝੀ। ਅਜਿਹੇ ਮਿੱਤਰ ਨੂੰ ਦੱਸ ਦੇਣ ਨਾਲ ਕੀ ਫਰਕ ਪੈ ਚੱਲਾ? ਜਿਹੀ ਗੱਲ ਉਹਦੇ ਕੋਲ ਤੇਹੀ ਆਪਣੇ ਕੋਲ। ਤੇ ਸੁੱਚੇ ਲੋਹਾਰ ਨੇ ਇੰਨੇ ਕਹਿੰਦਿਆਂ ਕਿ ਦੇਖੀ ਤੇਰੇ ਕੋਲ ਰਹੇ, ਰਾਮ ਸਿੰਘ ਫੌਜੀ ਦੇ ਕੰਨ ਵਿੱਚ ਫੂਕ ਮਾਰ ਹੀ ਦਿੱਤੀ। ਰਾਮ ਸਿੰਘ ਫੌਜੀ ਨੂੰ ਜਣੋਂ ਮਸੀਂ ਦਿਲ ਲੰਘਿਆ। ਭਾਵੇਂ ਉਹ ਸੁਭਾਅ ਦਾ ਡੂੰਘਾ ਅਤੇ ਗੰਭੀਰ ਸੀ, ਪਰ ਇਹ ਮਨੁੱਖ ਦਾ ਮਨ ਹੈ। ਇੱਕ ਪਹਾੜ ਦਾ ਭਾਰ ਭਾਵੇਂ ਇਹ ਸੌਖੀ ਤਰ੍ਹਾਂ ਝੱਲ ਲਵੇ, ਪਰ ਇੱਕ ਗੱਲ ਦਾ ਭਾਰ ਝੱਲਣਾ ਇਹਦੇ ਲਈ ਕਈ ਵਾਰ ਔਖਾ ਹੋ ਜਾਂਦਾ ਹੈ। ਰਾਤੀ ਸੌਣ ਲੱਗਿਆਂ ਰਾਮ ਸਿੰਘ ਫੌਜੀ ਨੇ ਆਪਣੀ ਵਹੁਟੀ ਹਰਭਜਨੋਂ ਕੋਲ ਇੰਨੀ ਗੱਲ ਕਰ ਹੀ ਦਿੱਤੀ ਕਿ ਉਹਨੇ ਉੱਡਦੀ ਉੱਡਦੀ ਕੁਝ ਇਹੋ ਜਿਹੀ ਸੋਹ ਸੁਣੀ ਹੈ ਅਤੇ ਨਾਲ ਹੀ ਤਾਕੀਦ ਕਰ ਦਿੱਤੀ ਕਿ ਅੱਗੇ ਕਿਸੇ ਨੂੰ ਵੀ ਕੰਨ ਵਲੇਲ ਨਹੀਂ ਪੈਣੀ ਚਾਹੀਦੀ। ਵਹੁਟੀ ਕੋਲ ਤਾਂ ਇਹੋ ਜਿਹੀ ਗੱਲ ਕਰਨ ਦਾ ਕੋਈ ਹਰਜ ਨਹੀਂ ਸੀ। ਵਹੁਟੀ ਅਤੇ ਗੱਭਰੂ ਵੀ ਜੇ ਆਪੋ ਵਿੱਚ ਇਸ ਤਰ੍ਹਾਂ ਦੀ ਗੱਲ ਨਾ ਕਰ ਸਕਣ ਤਾਂ ਹੋਰ ਕੌਣ ਕਰੇ? ਵਹੁਟੀ ਅਤੇ ਗੱਭਰੂ ਨਾਲੋਂ ਵੱਧ ਕੇ ਹੋਰ ਕੌਣ ਇੱਕ ਦੂਜੇ ਦਾ ਮਹਿਰਮ ਹੋ ਸਕਦਾ ਹੈ? ਸੁਣ ਕੇ ਥੋੜ੍ਹਾ ਵਿਅੰਗ ਨਾਲ ਮੁਸਕਰਾਉਂਦਿਆਂ ਹਰਭਜਨੋਂ ਬੋਲੀ, ਦੇਖ ਲੈ ਸਰਦਾਰ ਜੀ, ਤੇਰੇ ਘਰ ਦੀਆਂ ਕੁੜੀਆਂ, ਅਤੇ ਜੇ ਕਿਸੇ ਨੂੰਹ ਕੋਲੋਂ ਮਾੜੀ ਜਿਹੀ ਖਨਾਮੀ ਹੋ ਜਾਵੇ ਤਾਂ ਉਹਦੇ ਪੇਕਿਆਂ ਤੱਕ ਜਾ ਕੇ ਖਾਖਾਂ ਪੋਟਾ ਸਾਰੇ। ਪਰ ਫੌਜੀ ਨੇ ਇੱਕ ਨਿੱਕੀ ਜਿਹੀ ਤਿਉੜੀ ਪਾ ਕੇ ਮਿੱਠਾ ਜਿਹਾ ਘੂਰਿਆ, ਦੇਖ ਭਜਨੋ, ਮੈਥੋਂ ਬੁਰਾ ਕੋਈ ਨਹੀਂ ਜੇ ਅੱਗੇ ਗੱਲ ਗਈ ਹੈ। ਸਾਨੂੰ ਕੀ ਜੀ? ਵਹੁਟੀ ਨੇ ਨਹੋਰਾ ਕੀਤਾ, ਕੋਈ ਅੱਗ ਖਾਵੇ ਅੰਗਿਆਰ। ਬਸ ਮੈਂ ਤੈਨੂੰ ਕਹਿ ਦਿੱਤਾ, ਖਬਰਦਾਰ। ਫੌਜੀ ਥੋੜ੍ਹਾ ਜਿਹਾ ਹੋਰ ਤਣ ਗਿਆ। ਨਾ ਵੀਰ ਦੀ ਸਹੁੰ, ਮੈਂ ਤਾਂ ਹੱਸਦੀ ਹਾਂ, ਮੈਨੂੰ ਕੀ ਲੋੜ? ਭਜਨੋਂ ਨੇ ਸੱਚੋਂ ਹੀ ਆਖ ਦਿੱਤਾ। ਪਰ ਸਾਰੀ ਰਾਤ ਭਜਨੋਂ ਦੇ ਦਿਲ ਵਿੱਚ ਇੱਕ ਲੂਹਣ ਜਿਹੀ ਲੱਗੀ ਰਹੀ। ਇਹੋ ਜਿਹੀ ਗੱਲ ਕਰਨ ਵਿੱਚ ਇੱਕ ਤਰ੍ਹਾਂ ਦਾ ਆਨੰਦ ਵੀ ਤਾਂ ਮਿਲਦਾ। ਦੂਜੇ ਦਿਨ ਪੱਠੇ ਲੈਣ ਚੱਲੇ ਚੁਬਾਰੇ ਵਾਲਿਆਂ ਦੇ ਬੰਤੂ ਨੂੰ ਗਤਾਵਾ ਕਰਦੀ ਭਜਨੋਂ ਨੇ ਆਵਾਜ਼ ਮਾਰ ਕੇ ਵਿਹੜੇ ਵਿੱਚ ਸੱਦ ਲਿਆ। ਖੁੱਲ੍ਹੇ ਸੁਭਾਅ ਦੀ ਹੋਣ ਕਾਰਨ ਦਿਓਰਾਂ ਜੇਠਾਂ ਨਾਲ ਇਹੋ ਜਿਹੀਆਂ ਗੱਲਾਂ ਉਹ ਖੁੱਲ੍ਹੀਆਂ ਕਰ ਲੈਂਦੀ ਸੀ। ਪਤਲੇ ਪਤਲੇ ਬੁੱਲ੍ਹਾਂ 'ਚੋਂ ਮੁਸਕਰਾਉਂਦੀ ਭਜਨੋਂ ਅੱਖਾਂ ਵਿੱਚ ਇੱਲਤ ਭਰ ਕੇ ਤੱਕਣ ਲੱਗੀ। ਹਾਂ, ਕੀ ਕਹਿੰਦੀ ਹੈ ਭਾਬੀ? ਅੰਦਰ ਵੜਦਿਆਂ ਮਨ ਵਿੱਚ ਗੁਦਗੁਦਾਉਂਦਾ ਬੰਤੂ ਬੋਲਿਆ। ਉਹਨੂੰ ਜਾਪਿਆ ਜਿਵੇਂ ਅੱਜ ਤਾਂ ਭਾਬੀ ਦਿਆਲ ਹੋਈ ਪਈ ਹੈ। ਖੁਰਲੀ ਕੋਲ ਉਹ ਕਿੱਲੇ ਉੱਤੇ ਪੈਰ ਧਰਦਾ ਭਜਨੋਂ ਉੱਤੇ ਨੂੰ ਥੋੜ੍ਹਾ ਉੱਲਰ ਕੇ ਖਲੋ ਗਿਆ। ਵੇ ਬੱਕਰਿਆ,
ਥੋੜ੍ਹਾ ਪਰਾਂ ਹੋ ਕੇ ਖਲੋ, ਹੁਣੇ ਭਾਵੇਂ ਤੇਰਾ ਬਾਈ ਆ ਜਾਵੇ। ਝੂਠ ਮੂਠ ਤੇ ਗੁੱਸੇ ਨਾਲ ਭਜਨੋਂ ਬੋਲੀ, ਪਰ ਬੰਤੂ ਨੇ ਇਸ ਗੱਲ ਨੂੰ ਗੋਲਿਆ ਹੀ ਨਾ ਤੇ ਸਗੋਂ ਪੋਲਾ ਜਿਹਾ ਹੱਥ ਭਜਨੋਂ ਦੇ ਮੋਢੇ ਉੱਤੇ ਰੱਖ ਦਿੱਤਾ। ਭਜਨੋਂ ਪਾਰੇ ਵਾਂਗ ਥਰਕ ਗਈ। ਚੱਲ ਵੇ, ਜਾਣਦਾ ਰਿਹਾ ਜੇ ਅੱਗੇ ਵਧਿਆ, ਮੇਰੇ ਕੋਲ ਵੀ ਸੰਨੀ ਦਾ ਲਿਬੜਿਆ ਹੱਥ ਹੈ। ਇਹਨਾਂ ਗੱਲਾਂ ਖਾਤਰ ਨਹੀਂ ਸੱਦਿਆ ਤੈਨੂੰ ਮੈਂ। ਬੰਤੂ ਕੰਬ ਕੇ ਥੋੜ੍ਹਾ ਪਿੱਛੇ ਹਟ ਗਿਆ ਤੇ ਸਿਰੋਂ ਪੈਰਾਂ ਤੱਕ ਕੱਚਾ ਹੋਇਆ ਕੰਨ ਉੱਤੇ ਖਾਜ ਜਿਹੀ ਕਰਨ ਲੱਗਾ। ਧਰਤੀ ਉਹਦੇ ਪੈਰਾਂ ਹੇਠ ਤੇਜ਼ ਘੁੰਮ ਰਹੀ ਸੀ। ਭਜਨੋਂ ਨੂੰ ਉਹਦੀ ਹਾਲਤ ਉੱਤੇ ਤਰਸ ਆ ਗਿਆ। ਮੈਂ ਤਾਂ ਸੋਚਿਆ ਲੈ ਬੰਤੇ ਨੂੰ ਇੱਕ ਗੱਲ ਹੀ ਦੱਸੂਗੀ। ਧਰਤੀ ਹੌਲੀ ਹੌਲੀ ਹੁੰਦੀ ਬੰਤੂ ਦੇ ਪੈਰਾਂ ਵਿੱਚ ਅਡੋਲ ਟਿਕ ਕੇ ਖੜੋ ਗਈ। ਭਾਬੀ ਪੂਰੀ ਤਰ੍ਹਾਂ ਗੁੱਸੇ ਨਹੀਂ ਸੀ ਹੋਈ। ਤੂੰ ਭਾਬੀ ਗੱਲ ਦੱਸ, ਹੁਣ ਤਾਂ ਮਾਫੀ ਦੇ, ਅੱਗੇ ਨੂੰ ਨਹੀਂ ਕਰਦਾ ਐਕਣ। ਜਾਵੇ ਜਾ ਲੁੱਚਿਆ, ਹੁਣ ਨਹੀਂ ਬੋਲਣਾ ਤੇਰੇ ਨਾਲ। ਬਈ ਮਿੰਨਤ ਨਾਲ ਭਾਬੀ, ਲੈ ਹੱਥ ਬੰਨ੍ਹ ਦਿੰਨਾ। ਨਾ ਹੁਣ ਨਹੀਂ ਦੱਸਣੀ ਤੈਨੂੰ। ਨਾ ਭਾਬੀ, ਹਾੜੇ ਤੇਰਾ ਕੀ ਹੈ ਹੋਛੇ ਦਾ, ਭਾਵੇਂ ਸਾਰੇ ਪਿੰਡ ਵਿੱਚ ਖਿਡਾਉਂਦਾ ਫਿਰੇ। ਬੰਤੂ ਦੇ ਦਿਲ ਵਿੱਚ ਅਚਵੀ ਲੱਗ ਗਈ। ਬਈ ਭਾਬੀ, ਹੁਣ ਮੈਂ ਤੈਨੂੰ ਕਿਵੇਂ ਯਕੀਨ ਦਵਾਵਾਂ। ਭਜਨੋਂ ਝੂਠੇ ਨਹੋਰੇ ਨੂੰ ਬਹੁਤਾ ਚਿਰ ਨਾ ਰੱਖ ਸਕੀ। ਮਸਤ ਹੋ ਕੇ ਸਿਰ ਹਿਲਾਉਂਦੀ ਬੋਲੀ, ਪਹਿਲਾਂ ਸਹੁੰ ਖਾਵੇ ਮੇਰੀ, ਕਿਸੇ ਗੱਲ ਗਾਹਾਂ ਨਹੀਂ ਕਰੇਗਾ। ਉਹਦੇ ਕੰਨਾਂ ਦੀਆਂ ਵਾਲੀਆਂ ਨਿੱਕਾ ਹਿੱਲਣ ਲੱਗੀਆਂ। ਉਤਸੁਕਤਾ ਨਾਲ ਬੰਤੂ ਦਾ ਦਿਲ ਧੱਕ ਧੱਕ ਕਰਨ ਲੱਗਾ। ਬਈ ਭਾਬੀ ਤੇਰੀਓ ਸਹੁੰ, ਮੈਂ ਐਡਾ ਹੀ ਮਰ ਜਾ ਜੇ ਕਿਸੇ ਕੋਲ ਸਾਹ ਵੀ ਕੱਢਾਂ। ਹਾਏ ਵੇ ਚੰਦਰਿਆ, ਦਫੇ ਹੋਣਾ, ਕਿਹੋ ਜਿਹੀਆਂ ਸਹੁੰਆਂ ਖਾਂਦਾ। ਪਿਆਰ ਦੀ ਝਲਕ ਨਾਲ ਭਜਨੋਂ ਬੋਲੀ ਤੇ ਫਿਰ ਮੁਸ਼ਕਲੀਆਂ ਵਿੱਚ ਮਹਿਕਦੀ ਤੇ ਬੁੱਲ ਮਰੋੜਦੀ ਭਾਬੀ ਨੇ ਸੁਣੀ ਸੁਣਾਈ ਗੱਲ ਦਿਓਰ ਦੇ ਕੰਨ ਵਿੱਚ ਚੋ ਦਿੱਤੀ। ਘਰ ਨੀਰੇ ਦੀ ਭਰੋਟੀ ਸੁੱਟ ਕੇ ਚੌਲਾ ਤੁਰਦਾ ਬੰਤੂ ਚਾਚੀ ਕਿਰਪਾਲੋ ਦੇ ਘਰ ਪੁੱਜਿਆ। ਚਾਚੀ ਕਿਰਪਾਲੋ ਐਵੇਂ ਇੱਕ ਥੰਮ ਵੱਡਾ ਹੋਣ ਕਰਕੇ ਸਾਰਿਆਂ ਦੀ ਚਾਚੀ ਲੱਗਦੀ ਸੀ, ਪਰ ਚਾਚੀ ਬਣ ਕੇ ਉਹ ਕਿਸੇ ਦੀ ਵੀ ਨਹੀਂ ਸੀ ਰਹਿੰਦੀ। ਉਹਦਾ ਬੜਾ ਜੀਅ ਕਰਦਾ, ਪਰ ਉਹਦੀ ਵਾਹ ਨਹੀਂ ਸੀ ਚੱਲਦੀ। ਇਸ ਲਈ ਉਹ ਸਾਰੇ ਮੁੰਡਿਆਂ ਖੁੰਡਿਆਂ ਨਾਲ ਹਰ ਤਰ੍ਹਾਂ ਦੀਆਂ ਗੱਲਾਂ ਨਿਝੱਕ ਕਰਦੀ ਤੇ ਹੱਸ ਤੁਸ ਲੈਂਦੀ ਸੀ। 25 ਵਰ੍ਹਿਆਂ ਦੀ ਬੁਲਬੁਲ ਵਰਗੀ ਜੱਟੀ 50 ਵਰ੍ਹਿਆਂ ਦੇ ਢੋਡਰ ਕਾਂ ਨਾਲ ਪਿੰਜਰੇ ਵਿੱਚ ਬੰਦ ਕੀਤੀ ਪਈ ਸੀ। ਚਾਚਾ ਵਰਿਆਮਾ ਬੁੱਢਾ ਹੋਣ ਤੋਂ ਬਿਨਾਂ ਸਿਰੇ ਦਾ ਅਫੀਮੀ ਪੋਸਤੀ ਵੀ ਸੀ। ਹੋਰ ਤਾਂ ਹੋਰ ਅਫੀਮ ਦੀ ਪਿਨਕ ਵਿੱਚੋਂ ਜਾਗਦਾ 100 ਘੋਰੀਆਂ ਦਾ ਘੋਰੀ ਚਾਚਾ ਜਦ ਨੱਕ ਵਿੱਚ ਬੋਲ ਕੇ ਆਪਣੀ ਕਿਰਪਾਲੋ ਨੂੰ ਆਵਾਜ਼ ਮਾਰਦਾ ਤੇ ਚਾਚੀ ਵਿਚਾਰੀ ਨੂੰ ਧੁੜਤੜੀ ਆ ਜਾਂਦੀ। ਜ਼ਿੰਦਗੀ ਦੇ ਜ਼ਹਿਰ ਨਾਲ ਦਿਲੋਂ ਭਾਵੇਂ ਚਾਚੀ ਫੁੱਕ ਕੇ ਰਹਿ ਗਈ ਸੀ, ਪਰ ਫੁੱਕੇ ਦਿਲ ਨਾਲ ਵੀ ਤਾਂ ਕਈ ਵਾਰ ਜਿਉਣਾ ਹੀ ਪੈਂਦਾ। ਸਾਹਮਣੇ ਫਾਟਕ ਦੀ ਬੂਲ ਚੀਕੀ ਤਾਂ ਵਿਹੜੇ ਵਿੱਚ ਇਕੱਲੀ ਕਪਾਹ ਵੇਲਦੀ ਚਾਚੀ ਨੇ ਵੇਖਿਆ ਕਿਸ਼ਨੇ ਬਲਿਆਣੇ ਦਾ ਬੰਤੂ ਕਾਲੀ ਗਾਨੀ ਦੀ ਤਵੀਤੀ ਉੱਤੇ ਨਿੰਮਾ ਮੁਸਕਰਾਉਂਦਾ ਆ ਰਿਹਾ ਹੈ। ਆਵੇ ਬੰਤਿਆ, ਤੂੰ ਤਾਂ ਈਦ ਦਾ ਹੀ ਚੰਨ ਹੋ ਗਿਆ ਦੋਚਕੀਆ, ਅੱਖ 'ਚ ਪਾਉਣ ਨੂੰ ਨਹੀਂ ਮਿਲਦਾ ਕਿਤੇ। ਅੱਜ ਤਾਂ ਡੁੱਲ ਜਾਣਾ ਵੇ, ਕੁਛ ਲੱਭ ਗਿਆ ਕਿਤੇ। ਬਈ ਚਾਚੀ, ਵੀ ਗੱਲ ਹੈ ਇੱਕ, ਪਰ ਗਾਹਾਂ ਕਰਨ ਵਾਲੀ ਨਹੀਂ। ਝੱਟ ਵੇਲਣਾ ਥੰਮ ਕੇ ਚਾਚੀ ਬੋਲੀ, ਅੱਗੇ ਤੇਰੀਆਂ ਕਿਹੜੀਆਂ ਕੀਤੀਆਂ ਵੇ ਗਾਹਾਂ। ਤੇ ਫਿਰ ਅਸਲ ਨਾਲੋਂ ਹੌਲੀ ਆਵਾਜ਼ ਬਣਾਉਂਦੀ ਬੋਲੀ, ਬੜੀਆਂ ਗੱਲਾਂ ਪਚਾਈਆਂ ਅਸੀਂ ਸੋਹਣਿਆ, ਮੇਰੇ ਵਰਗਾ ਹਾਜਮਾ ਕਿਹਦਾ ਹੋਣਾ। ਬਰੂਦ ਮੰਗਣ ਭਰੀ ਪਈ ਹੈ ਹਿੱਕ ਮੇਰੀ। ਕਹਿੰਦਿਆਂ ਠੰਡਾ ਜਿਹਾ ਸਾਹ ਭਰ ਕੇ ਚਾਚੀ ਚੁੱਪ ਹੋ ਗਈ। ਇੱਕ ਪਲ ਰੁਕ ਕੇ ਬੰਤਾ ਬੋਲਿਆ, ਸੱਚ ਚਾਚਾ ਕਿੱਥੇ ਹੈ? ਹੁਣੇ ਗਿਆ ਬਾਹਰ ਨੂੰ ਡੋਡੇ ਪੀ ਕੇ। ਬਈ ਚਾਚੀ, ਬਈ ਹੋਰ ਤਾਂ ਕੁਛ ਨਹੀਂ, ਬਈ ਕਹੀ ਗੱਲ ਦੂਰ ਤੱਕ ਚਲੀ ਜਾਂਦੀ ਹੈ। ਲੈ ਤੂੰ ਨਾ ਦੱਸ ਵੇ, ਰੱਖ ਆਪਦੇ ਹੀ ਕੋਲ। ਤੇ ਹਰਖ ਨਾਲ ਕਾਲੀ ਚਾਚੀ ਦਾ ਵੇਲਣਾ ਚੀਕੂ ਕਰਨ ਲੱਗਾ। ਨਹੀਂ ਚਾਚੀ, ਬੰਤੂ ਨੇ ਚਾਚੀ ਦਾ ਹੱਥ ਰੋਕਦਿਆਂ ਕਿਹਾ, ਮੈਂ ਤਾਂ ਇਹੀ ਕਹਿਣਾ ਬਈ ਜਿੰਨਾ ਕਿਸੇ ਦਾ ਪਰਦਾ ਬਣਿਆ ਰਹੇ ਓਨਾ ਚੰਗਾ। ਦੇਖ,
ਚਾਚੀ ਨੇ ਗਰਦਨ ਉੱਤੇ ਉਂਗਲੀ ਫੇਰਦਿਆਂ ਆਖਿਆ, ਆਹ ਸਿਰ ਭਾਵੇਂ ਚਲਿਆ ਜਾਵੇ ਪਰ ਸਿਦਕ ਨਾ ਜਾਵੇ। ਅਸੀਂ ਤਾਂ ਬਸ ਇਹ ਜਾਣਦੇ ਹਾਂ, ਸਾਡੇ ਸਿਰ 'ਤੇ ਮੱਲਾ ਭਾਵੇਂ ਖੂਹ ਪੁੱਟ, ਮਜਾਲ ਹੈ ਦੂਜੇ ਕੰਨ ਖਬਰ ਵੀ ਹੋਵੇ। ਚਾਚੀ ਨੇ ਦਿਲਾਂ ਦੀ ਮਹਿਰਮ ਬਣ ਕੇ ਆਖਿਆ। ਕਾਸ਼ਨੀ ਦੁਪੱਟੇ ਹੇਠ ਉਹਦੀਆਂ ਅੱਖਾਂ ਦੇ ਸ਼ਰਬਤੀ ਡੋਰੇ ਹੋਰ ਗੂੜੇ ਹੋ ਗਏ ਤੇ ਬਦਾਮੀ ਠੋਡੀ ਉੱਤੇ ਖੁਣਿਆ ਗੂੜਾ ਤਿਲ ਹੋਰ ਪਿਆਰਾ ਦਿਸਣ ਲੱਗਾ। ਨਹੀਂ ਚਾਚੀ, ਜੋ ਤੂੰ ਸਮਝਦੀ ਹੈ ਉਹ ਗੱਲ ਨਹੀਂ। ਤਾਂ ਫੇਰ ਕਿਹੜੀ ਹੈ ਵੇ, ਦੱਸਦਾ ਕਿਉਂ ਨਹੀਂ? ਗੱਡ ਹੋਣਾ ਸ਼ਿਕਲੀ ਦੇਈ ਬੈਠਾ ਮੂੰਹ ਨੂੰ। ਲੈ ਖੋਲ ਦਿਨਾ ਸ਼ਿਕਲੀ। ਤੇ ਫਿਰ ਜਿਹੜੀ ਵੀ ਗੱਲ ਸੀ ਬੰਤੂ ਨੇ ਥੋੜ੍ਹਾ ਥੋੜ੍ਹਾ ਹੱਸਦਿਆਂ ਤੇ ਰਸ ਲੈਂਦਿਆਂ ਸਾਰੀ ਦੀ ਸਾਰੀ ਚਾਚੀ ਨੂੰ ਦੱਸ ਦਿੱਤੀ। ਚਾਚੀ ਭਾਵੇਂ ਸਾਰੀ ਗੱਲ ਵਿੱਚ ਮਿੱਠਾ ਮਿੱਠਾ ਹੁੰਗਾਰਾ ਭਰਦੀ ਰਹੀ ਸੀ, ਪਰ ਜਦ ਬੰਤੂ ਜਾਣ ਲੱਗਿਆ ਤਾਂ ਈਰਖਾ ਦੇ ਅਚੇਤ ਭਾਵ ਨਾਲ ਥੋੜ੍ਹਾ ਚੱਬ ਕੇ ਕਹਿਣ ਲੱਗੀ, ਦੇਖ ਲੈ ਬੜੇ ਘਰਾਂ ਦੀਆਂ ਗੱਲਾਂ, ਬਾਪ ਜੈਲਦਾਰ ਕਹਾਉਂਦਾ, ਧੀ ਐ ਚੱਜ ਕਰਦੀ ਹੈ। ਬਸ ਬਸ ਦੇਖ ਚਾਚੀ, ਗੱਲ ਇੱਥੇ ਹੀ ਰੱਖੀ, ਗਾਹਾਂ ਨਹੀਂ ਬੋਲਣਾ ਆਪਾਂ। ਬੂਹੇ ਉੱਤੇ ਮੁੜ ਕੇ ਤੱਕਦਿਆਂ ਬੰਤੂ ਨੇ ਉਂਗਲੀ ਮਾਰੀ। ਨਾ ਐ ਤਾਂ ਬੇਚਿੰਤਰੋ, ਐ ਨਹੀਂ ਮੈਂ ਕੱਚੀ। ਚਾਚੀ ਨੇ ਹਾਮੀ ਓਟੀ। ਬੰਤੂ ਚਲਿਆ ਗਿਆ, ਪਰ ਚਾਚੀ ਦੇ ਦਿਲ ਵਿੱਚ ਧੁੱਖ ਧੁੱਖੀ ਲੱਗ ਗਈ। ਕਿੰਨੀ ਵਾਰ ਉਹ ਖਿਆਲ ਵਿੱਚ ਆਪਣੇ ਆਪ ਨਾਲ ਮੁਸਕਰਾਈ। ਚਾਚੀ ਦਾ ਘਰ ਸੀ ਕਿ ਕਬੂਤਰਖਾਨਾ। ਚਾਚਾ ਤਾਂ ਡੋਡਿਆਂ ਦੀ ਚਾਹ ਨਾਲ ਅਫੀਮ ਦਾ ਮਾਵਾ ਚਾੜ ਕੇ ਬਾਹਰ ਚੌਂਤਰੇ ਉੱਤੇ ਜਾ ਕੇ ਉਂਗਣ ਲੱਗ ਜਾਂਦਾ ਤੇ ਪਿੱਛੇ ਕੋਈ ਨਾ ਕੋਈ ਕਬੂਤਰ ਉੱਡ ਕੇ ਚਾਚੀ ਕੋਲ ਵਿਹੜੇ ਵਿੱਚ ਆ ਜਾਂਦਾ, ਦੋ ਪਲ ਗੁਟਕਦਾ, ਦਿਲ ਦੀਆਂ ਗੱਲਾਂ ਕਰਦਾ ਤੇ ਫੇਰ ਹੌਲਾ ਫੁੱਲ ਹੋ ਕੇ ਉਡਾਰੀ ਮਾਰ ਜਾਂਦਾ। ਪਤਾ ਨਹੀਂ ਚਾਚੀ ਵਿੱਚ ਕਿਹੜੀ ਖਿੱਚ ਸੀ ਕਿ ਦਮੜੀ ਦਾ ਸੱਕ ਮਲ ਕੇ ਪਿੰਡ ਦੇ ਸਾਰੇ ਤਵੀਤੀਆਂ ਵਾਲੇ ਉਸਨੇ ਮੋਹ ਲਏ ਸਨ। ਦੀਵੇ ਦੀ ਲਾਟ ਉੱਤੇ ਜਿਵੇਂ ਭੰਬੜ ਡਿੱਗ ਡਿੱਗ ਪੈਂਦੇ ਹਨ, ਸਾਰੇ ਗਬਰੀਟ ਮਰ ਜਾਂਦੇ ਜਦੋਂ ਬੋਲਦੀ ਜਾਨ ਕੱਢ ਲੈਂਦੀ। ਚਾਚੀ ਨੇ ਲੱਖ ਯਤਨ ਕੀਤਾ ਕਿ ਗੱਲ ਨੂੰ ਢਿੱਡੋਂ ਬਾਹਰ ਨਾ ਕੱਢੇ, ਪਰ ਉਹਨੂੰ ਜਾਪਦਾ ਜਿਵੇਂ ਪੋਟਲੀ 'ਚ ਬੰਨੀ ਕੋਈ ਵਾਸ਼ਨਾ ਗੁੱਠਾਂ ਕੋਨਿਆਂ ਵਿੱਚੋਂ ਆਪੇ ਬਾਹਰ ਨਿਕਲ ਜਾਂਦੀ ਹੈ। ਇਸ਼ਕ ਹੁਸਨ ਦੇ ਭੇਦ ਇੱਕ ਮਿੱਠੀ ਜਿਹੀ ਵਾਸਨਾ ਹੀ ਤਾਂ ਹੁੰਦੇ ਹਨ, ਤੇ ਇਹ ਵਾਸਨਾ ਚਾਚੀ ਕੋਲੋਂ ਖਿੱਲਰ ਹੀ ਗਈ ਤੇ ਖਿੱਲਰੀ ਵੀ ਏਕਨ ਜਿਵੇਂ ਦੀਵੇ ਨਾਲ ਦੀਵਾ ਜਗਦਾ ਹੋਵੇ। ਅੰਦਰੇ ਅੰਦਰ ਪਿੰਡ ਦੇ ਹਰ ਤਰ੍ਹਾਂ ਦੇ ਲੋਕਾਂ ਵਿੱਚ ਖਿਚੜੀ ਪੱਕਣ ਲੱਗੀ। ਗਬਰੀਟ ਕੰਨਾਂ ਵੱਲੋਂ ਡੁੱਲਦੇ ਹਾਸਿਆਂ ਨੂੰ ਰੋਕ ਰੋਕ ਇੱਕ ਦੂਜੇ ਨੂੰ ਮਿਲਦਿਆਂ ਰਮਜਾਂ ਸੁੱਟਦੇ, ਨਵੇਂ ਚੰਨ ਦੀ ਰਾਮ ਬਈ, ਤੇ ਫੇਰ ਨਿੱਕੀ ਜਿਹੀ ਘੁਸਰ ਮੁਸਰ ਕਰਕੇ ਸਿਰ ਮਾਰਦੇ ਤੁਰ ਜਾਂਦੇ। ਪੱਕੇ ਹੋਏ ਬੀਂਬੜ ਕਹਿੰਦੇ, ਓਏ ਆਪਾਂ ਨੇ ਰੌਲਾ ਕਾਹਨੂੰ ਪਾਉਣਾ, ਹੋ ਸਕਦਾ ਸਾਨੂੰ ਵੀ ਕੁਝ ਲੱਭ ਜੇ। ਬੁੱਢੇ ਠੇਰੇ ਇੱਕ ਦੂਜੇ ਤੋਂ ਸੁਣ ਕੇ ਹੋਕਾ ਭਰਦੇ, ਕਲਯੁਗ ਆ ਗਿਆ ਕਲਯੁਗ। ਅਸੀਂ 20-20 ਸਾਲ ਦੇ ਕੁੜੀਆਂ ਮੁੰਡੇ ਨੰਗੇ ਹੀ ਖੇਡਦੇ ਰਹਿੰਦੇ ਸੀ ਰਲ ਕੇ, ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਇਹਨਾਂ ਗੱਲਾਂ ਨੂੰ। ਤੇ ਬੁੱਢੀਆਂ ਮਾਈਆਂ ਸਿਰ ਜੋੜ ਜੋੜ ਬੁਰਾ ਜਿਹਾ ਮੂੰਹ ਬਣਾ ਕੇ ਹੱਥ ਫਿਟਕਾਰਦੀਆਂ, ਘੁਰ ਘੁਰ ਕਰਦੀਆਂ, ਨਾ ਭਾਈ ਖਿਲਾਉਣ ਦਾ ਲਾੜ, ਭਨਾਉਣ ਦਾ ਲਾੜ, ਇਹੋ ਜਿਹੀ ਧੀ ਦਾ ਤਾਂ ਜੰਮਦੀ ਦਾ ਹੀ ਗਲ ਘੁੱਟ ਦਿਓ। ਐ ਨਤੀਜੇ ਨੇ 2-2 ਗੁੱਤਾਂ ਦੇ, ਹੋਰ ਪੜ੍ਹਾਉਣ 10ਵੀਆਂ। ਅਜੇ ਤਾਂ ਬਈਆ ਪਾਸ ਕਰਾਉਣਾ। ਭਾਵੇਂ ਇਹ ਗੱਲਾਂ ਕਰਦਿਆਂ ਲੋਕੀ ਆਪੋ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਬਣਾਉਂਦੇ ਸਨ, ਪਰ ਇੱਕ ਗੱਲ ਉੱਤੇ ਆਪਣੇ ਆਪ ਹੀ ਉਹ ਸਾਰੇ ਇੱਕ ਸਨ ਕਿ ਪਿੰਡ ਵਿੱਚ ਇੱਕ ਦੀ ਇੱਜ਼ਤ ਸਾਰਿਆਂ ਦੀ ਇੱਜ਼ਤ ਹੈ। ਇਸ ਲਈ ਹਰ ਕੋਈ ਗੱਲ ਨੂੰ ਸਿਰਫ ਆਪਣੇ ਕੋਲ ਹੀ ਰੱਖਣ ਲਈ ਹਰ ਕਿਸੇ ਨੂੰ ਜ਼ੋਰ ਦੇ ਕੇ ਆਪਣਾ ਆਪਣਾ ਫਰਜ਼ ਸਮਝਦਾ ਸੀ। ਤਾਂ ਵੀ ਰੂਹ ਵਾਂਗ ਪੋਲੇ ਪੋਲੇ ਪੈਰ ਧਰਦੀ ਇਹ ਗੱਲ ਕਿਸੇ ਤਰ੍ਹਾਂ ਨੰਦੀ ਸਮਰਾਲੋ ਤੱਕ ਜਾ ਪਹੁੰਚੀ। ਨੰਦੀ ਸਮਰਾਲੋ ਜੈਲਦਾਰਾਂ ਦੀ ਸ਼ਰੀਕਣੀ ਸੀ, ਜੋ ਪਹਿਲਾਂ ਕਿਸੇ ਹੋਰ ਥਾਂ ਵਿਆਹੀ ਹੋਈ ਸੀ, ਪਰ ਕਿਸੇ ਗੱਲੋਂ ਛੁੱਟੜ ਹੋ ਕੇ 12 ਵਰ੍ਹੇ ਪੇਕਿਆਂ ਦੇ ਘਰ ਬੈਠਣ ਮਗਰੋਂ ਅਖੀਰ ਬੁੱਢੇ ਪੈਨਸ਼ਨੀਏ ਜੈਲਦਾਰ ਦੇ ਚਾਚੇ ਦੇ ਪੁੱਤ ਚੇਤ ਸਿੰਘ ਜਮਾਂਦਾਰ ਨਾਲ ਕਰੇਵਾ ਕਰਕੇ ਆ ਗਈ। ਹੁਣ ਤਾਂ ਆਈ ਨੂੰ ਵੀ 20 ਵਰ੍ਹੇ ਹੋ ਚੁੱਕੇ ਸਨ,
ਪਰ ਅਜੇ ਵੀ ਸ਼ਰੀਕੇ ਵਾਲੇ ਜਮਾਦਾਰ ਦੇ ਘਰ ਨੰਦੀ ਦੇ ਆਉਣ ਨਾਲ ਨੰਦੀ ਨੂੰ ਆਪਣੇ ਵਰਗਾ ਉੱਚਾ ਹੋਇਆ ਸਮਝਣ ਦੀ ਥਾਂ ਉਹ ਜਮਾਦਾਰ ਨੂੰ ਹੀ ਨੰਦੀ ਵਰਗਾ ਨੀਵਾਂ ਹੋਇਆ ਗਿਣਦੇ ਸਨ। ਖਬਰੇ ਕਿੱਥੋਂ ਕਿੱਥੋਂ ਉਦਲ ਕੇ ਆਈ ਹੈ, ਕੀ ਜਾਤ ਹੈ, ਕੋਈ ਸਿਹਰਿਆਂ ਦੀ ਬੰਨ ਤਾਂ ਨਹੀਂ। 20 ਵਰਿਆਂ ਦੀ ਖੁਆਰੀ ਤੇ 20 ਵਰਿਆਂ ਦੀਆਂ ਚੋਭਾਂ ਨਾਲ ਨੰਦੀ ਦਾ ਦਿਲ ਅੰਬਿਆ ਪਿਆ ਸੀ। ਜਦ ਕਦੇ ਕੋਈ ਛੇੜ ਛਿੜ ਜਾਂਦਾ ਤੇ ਨੰਦੀ ਦਿਲ ਦਾ ਗੁਬਾਰ ਕੱਢਣ ਲਈ ਬਾਹਾਂ ਉਲਾਰ ਚਿਣਗਾਂ ਛੇੜਨ ਵਾਲਿਆਂ ਦਾ ਅੱਗਾ ਪਿੱਛਾ ਪੁਣਦੀ ਤਾਂ ਸਾਰਾ ਸ਼ਰੀਕਾ ਥਰ-ਥਰ ਕੰਬਣ ਲੱਗ ਜਾਂਦਾ। ਭਾਵੇਂ ਸ਼ਰੀਕਣੀਆਂ ਨੇ ਭੰਡ ਉਹਨੂੰ ਛੱਟੀ ਹੋਈ ਧੁਮਾ ਛੱਡਿਆ ਸੀ, ਪਰ ਨੰਦੀ ਇੰਨੀ ਬੁਰੀ ਨਹੀਂ ਸੀ ਜਿੰਨੀ ਉਹਨੂੰ ਬਣਾਇਆ ਗਿਆ ਸੀ। ਅਤੇ ਇਸ ਕੰਮ ਵਿੱਚ ਜੈਲਦਾਰਾਂ ਦਾ ਘਰ ਸਾਰੇ ਸ਼ਰੀਕੇ ਨਾਲੋਂ ਅੱਗੇ ਸੀ। ਇੱਕ ਵਾਰ ਤਾਂ ਨੰਦੀ ਨੂੰ ਜਾਪਿਆ ਜਿਵੇਂ ਉਹਦੇ ਹੱਥ ਕੋਈ ਚੰਗਾ ਹਥਿਆਰ ਆ ਗਿਆ ਹੈ, ਜਿਸ ਨਾਲ ਉਹ ਬੜੇ ਨੱਕ ਵਾਲਿਆਂ ਦਾ ਹੁਣ ਨੱਕ ਭੰਨ ਸਕੇਗੀ। ਪਰ ਫਿਰ ਉਹਨੇ ਸੋਚਿਆ ਹੱਥ ਵਿੱਚ ਮਸੀਂ ਆਏ ਹਥਿਆਰ ਨੂੰ ਐਵੇਂ ਤੱਤ ਪੜੱਤ ਵਿੱਚ ਵਰਤ ਕੇ ਖੁੰਡਾ ਨਹੀਂ ਕਰ ਲੈਣਾ ਚਾਹੀਦਾ। ਤੇਲ ਦੇਖੋ, ਤੇਲ ਦੀ ਧਾਰ ਦੇਖੋ। ਅਗਲੇ ਦਿਨ ਉਹ ਕੋਈ ਸੌਦਾ ਲੈਣ ਦੇ ਬਹਾਨੇ ਬਿਰਜੂ ਬਾਹਮਣ ਦੀ ਹੱਟੀ ਉੱਤੇ ਆਈ। ਬਿਰਜੂ ਬਾਹਮਣ ਜਮਾਦਾਰ ਚੇਤ ਸਿੰਘ ਦਾ ਹੀ ਨਹੀਂ, ਨੰਦੀ ਸਮਰਾਲੋ ਦਾ ਵੀ ਮੁਲਾਜ਼ੇਦਾਰ ਸੀ। ਉਹ ਕਿੰਨਾ ਚਿਰ ਗੱਲਾਂ ਕਰ ਲੈਂਦੇ ਸਨ। ਬਿਰਜੂ ਬਾਹਮਣ ਜਿੱਥੇ ਮਹਾਂਵੀਰ ਨੂੰ ਪੂਜਦਾ, ਇੱਥੇ ਗੀਤਾ ਗਾਇਤਰੀ ਦਾ ਪਾਠ ਕਰਦਾ ਸੀ, ਉੱਥੇ ਵਾਰਿਸ ਸ਼ਾਹ ਦੀ ਹੀਰ ਅਤੇ ਆਸ਼ਕਾਂ ਦੇ ਹੋਰ ਕਿੱਸੇ ਵੀ ਬੜੀ ਲਟਕ ਨਾਲ ਗਾਉਂਦਾ ਸੀ। ਨੰਦੋ ਦੀ ਗੱਲ ਸੁਣੀ ਤਾਂ ਸੰਘਣੀਆਂ ਸਲੇਟੀ ਮੁੱਛਾਂ ਵਿੱਚੋਂ ਮੁਸਕਰਾ ਕੇ ਬੜੇ ਪ੍ਰੇਮ ਨਾਲ ਬੋਲਿਆ, ਦੇਖ ਨੰਦ ਗੁਰੇ, ਕਚੀਰਾ ਨਾ ਕਰੀ। ਧੀ ਭੈਣ ਸਭ ਦੀ ਸਾਂਝੀ, ਦੁਨੀਆ ਹੀ ਮੁਲਾਜੇ ਪੂਰਦੀ ਐ। ਕੀ ਹੋਇਆ ਜੇ ਐਵੇਂ ਕਿਤੇ ਨਿਆਣੇ ਹੱਸ ਕੇ ਬੋਲ ਪਏ। ਇੱਕ ਵਾਰੀ ਤਾਂ ਦਾਦੀ ਦਾ ਚੁੰਡਾ ਹਲੂਣ ਕੇ ਛੱਡਣਾ। ਨੰਦੋ ਅੰਗੂਠਾ ਦਿਖਾਉਂਦੀ ਮੁੱਕੀ ਨੂੰ ਹਵਾ ਵਿੱਚ ਹਿਲਾਉਂਦੀ ਬੋਲੀ, ਬਣੀ ਫਿਰਦੀ ਐ ਰਕਾਨ, ਦਾਨੀ ਦੁਆਰਕਾ, ਲੋਕਾਂ ਦੀਆਂ ਗੱਲਾਂ ਬਣਾਉਂਦੀ ਐ, ਜਣੀ ਖਣੀ ਨੂੰ ਬੁੱਲ ਕੱਢਦੀ ਐ। ਨੱਕ ਹੇਠ ਹੀ ਨਹੀਂ ਆਉਂਦਾ ਕੋਈ ਹੁਣ, ਫਿਰ ਇਹ ਤਾਂ ਆਪਣੇ ਮੰਜੇ ਹੇਠ ਸੋਟੀ। ਨੰਦੋ ਜੈਲਦਾਰ ਦੇ ਘਰ ਵਾਲੀ ਆਪਣੀ ਸ਼ਰੀਕਣੀ ਹਰਕੌਰ ਬੇਬੇ ਉੱਤੇ ਘੁਰੀ ਹੋਈ ਸੀ। ਨਾ ਬਈ ਸਰਦਾਰਨੀ, ਤੱਤ ਨਾ ਕਰ ਬਹੁਤਾ। ਦੇਖ ਸਿਆਣੇ ਕੀ ਕਹਿੰਦੇ ਨੇ, ਅਖੇ ਵਾਰੇ ਸ਼ਾਹ ਨਾ ਭੇਤ ਸੰਦੂਕ ਖੁੱਲੇ, ਭਾਵੇਂ ਜਾਣ ਦਾ ਜਿੰਦਰਾ ਟੁੱਟ ਜਾਏ। ਬਸ ਇੰਨੀ ਅਰਜ਼ ਹੈ ਸਾਡੀ। ਬਿਰਜੂ ਬਾਹਮਣ ਵਿੱਚ ਵੱਸਦਾ ਆਸ਼ਕ ਮਿੰਨਤਦਾਰ ਹੋ ਕੇ ਬੋਲਿਆ, ਤੇਰੀ ਤਾਂ ਨਿੱਤ ਕੋਈ ਨਾ ਕੋਈ ਅਰਜ਼ ਰਹਿੰਦੀ ਹੈ, ਕਿਹੜੀ ਮੰਨਾਂ। ਹੁਣ ਤਾਂ ਇੰਨੀਓ ਮੰਨ ਲੈ ਨੰਦ ਗੁਰੇ, ਕੁੜੀ ਦੀ ਬਦਨਾਮੀ ਹੋ ਜੂ। ਇੱਕ ਵਾਰੀ ਹਰਕੁਰ ਨਾਲ ਗੱਲਾਂ ਦੋ ਜ਼ਰੂਰ ਕਰਨੀਆਂ, ਉਹਦੇ ਨਾਲ ਜਿੱਕਣ ਮਰਜ਼ੀ ਆੜ ਰੱਖ, ਪਰ ਗਾਹਾਂ ਬਾਜ਼ ਨਾ ਕੱਢੀ। ਚੱਲ ਨਹੀਂ ਕੱਢਦੀ। ਨੰਦੀ ਅੱਧੇ ਕੁ ਦਿਲ ਨਾਲ ਬੋਲੀ, ਤੇ ਇੰਨਾ ਵੀ ਤੇਰੇ ਮੂੰਹ ਨੂੰ ਹੈ। ਪਰ ਕਹਿੰਦੀ ਉਹ ਚਲੀ ਗਈ। ਨੰਦੋ ਸਮਰਾਲੋ ਨੂੰ ਲਲਕ ਤਾਂ ਕਈ ਵਾਰ ਉੱਠੀ, ਖਸਮਾਂ ਨੂੰ ਖਾਵੇ ਬਿਰਜੂ ਬਾਹਮਣ, ਐਨ ਚੁਰਾਹੇ ਵਿੱਚ ਭਾਂਡਾ ਭੰਨ ਕੇ ਇੱਕ ਵਾਰ ਤਾਂ ਜੈਲਦਾਰੀ ਦਾ ਭਾਰ ਹਲਕਾ ਕਰ ਦੇਵੇ। ਪਰ ਫਿਰ ਉਹਦਾ ਅੰਦਰਲਾ ਹੀ ਉਹਨੂੰ ਕਿਵੇਂ ਨਾ ਕਿਵੇਂ ਮੋੜ ਦਿੰਦਾ। ਕਾਹਨੂੰ ਅੱਗਾ ਮਾਰਨਾ ਸਿਆਣੀ ਧੀ ਦਾ। ਪਰ ਨੰਦੀ ਆਪਣੀ ਜਠਾਣੀ ਹਰਕੌਰ ਜੈਲਦਾਰਨੀ ਨਾਲ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦੀ ਸੀ। ਸੋ ਇੱਕ ਦਿਨ ਘੱਗਰਾ ਪਾ ਕੇ ਉਹ ਜੈਲਦਾਰਨੀ ਵੱਲ ਚਲੀ ਹੀ ਗਈ। ਪੈਰੀ ਪੈਨੀ ਆ ਬੇਬੇ, ਸਾਈਂ ਜੀਵੇ ਵੀਰ ਜੀਵੇ, ਦੇ ਨਰੋਈ ਪੁੱਡ ਸੁਹਾਗਣ। ਹਰਕੌਰ ਨੇ ਬੁੱਲਾਂ ਵਿੱਚ ਅਸੀਸ ਬੁੜਬੜਾਈ, ਪੀੜੀ ਲੈ ਲੈ ਨੰਦਪੁਰੇ। ਪੀੜੀ ਉੱਤੇ ਬਹਿੰਦਿਆਂ ਆਲਾ ਦੁਆਲਾ ਦੇਖ ਕੇ ਨੰਦ ਕੌਰ ਹੌਲੀ ਆਵਾਜ਼ ਵਿੱਚ ਬੋਲੀ, ਇੱਕ ਗੱਲ ਕਰਨ ਆਈ ਹਾਂ ਮੈਂ ਤਾਂ। ਤੈਂ ਨਹੀਂ ਕੁਛ ਸੁਣਿਆ ਬੇਬੇ? ਨਾ ਬਹੂ। ਹਰਕੌਰ ਬੇਬੇ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਦੇਖ ਬੇਬੇ, ਗੁੱਸਾ ਦਾ ਨਾ ਕਰੀ, ਜੇ ਦੁੱਖ ਮਨੀਂਦਾ ਤਾਂ ਹੀ ਆ ਨਿਕਲਦੀ ਹੈ। ਆਪਾਂ ਭਾਵੇਂ ਕਿਵੇਂ ਰਹੀਏ, ਪਰ ਧੀ ਜਿਹੀ ਤੇਰੀ ਜਿਹੀ ਮੇਰੀ। ਹਰਕੌਰ ਦਾ ਕਾਲਜਾ ਧੱਕ ਧੱਕ ਕਰਨ ਲੱਗਾ। ਲੈ ਕਿਤੇ ਦੋ ਤਾਂ ਨਹੀਂ ਕਮਲੀਏ, ਉਹਨੇ ਖੁਸ਼ ਹੁੰਦੇ ਸੰਗ ਵਿੱਚੋਂ ਮਸੀਂ ਆਖਿਆ। ਨੰਦੀ ਭਾਵੇਂ ਇਸ ਗੱਲ ਲਈ ਤਿਆਰ ਹੋ ਕੇ ਵੀ ਆਈ ਸੀ ਕਿ ਜੇ ਸੁਣ ਕੇ ਜੈਲਦਾਰਨੀ ਉਲਟਾ ਅੱਗੋਂ ਸਿਰ ਨੂੰ ਆਈ ਤਾਂ ਅੱਜ ਉਹ ਵੀ ਚੰਗੀ ਤਰ੍ਹਾਂ ਉਹਦੀ ਛੋਤ ਝਾੜ ਕੇ ਹੀ ਛੱਡੇਗੀ।
ਪਰ ਤਾਂ ਵੀ ਉਹਨੇ ਹੌਲੀ ਹੌਲੀ ਬੋਲ ਕੇ ਆਪਣਤ ਭਰੇ ਢੰਗ ਨਾਲ ਭੇਤ ਵਾਲੀ ਸਾਰੀ ਗੱਲ ਜਿਵੇਂ ਉਹਨੇ ਸੁਣੀ ਸੀ ਸਾਰੀ ਉਹਨੂੰ ਕਹਿ ਸੁਣਾਈ। ਹਰਕੁਰ ਬੇਬੇ ਨੇ ਸੁਣਦਿਆਂ ਹੀ ਸਿਰ ਦਾ ਦੁਪੱਟਾ ਲਾ ਕੇ ਨੰਦਕੁਰ ਦੇ ਪੈਰਾਂ ਵਿੱਚ ਰੱਖ ਦਿੱਤਾ। ਮੇਰੀ ਇੱਜ਼ਤ ਤੇਰੇ ਪੈਰਾਂ ਵਿੱਚ, ਦੇਖੀ ਨੰਦਕੁਰੇ ਪਿੰਡ ਵਿੱਚ ਕੂਰ ਕੂਰ ਨਾ ਹੋ ਜਾਵੇ। ਨੰਦੀ ਸਮਰਾਲੋ ਦੀਆਂ ਅੱਖਾਂ ਭਰ ਆਈਆਂ। ਉਹ ਥਿੜਕੀ ਆਵਾਜ਼ ਵਿੱਚ ਬੋਲੀ, ਮੇਰੇ ਸਿਰ ਪਾਪ ਨਾ ਚੜਾ ਬੇਬੇ, ਮੈਂ ਕਾਹਨੂੰ ਕਹਿਣਾ ਕਿਸੇ ਕੋਲ। ਮੇਰਾ ਘਰ ਤੇਰੇ ਨਾਲ ਨਹੀਂ ਮੱਚੂ, ਇੱਕ ਤੇਰੇ ਤਾਈਂ ਚੱਲ ਕੇ ਜ਼ਰੂਰ ਆ ਗਈ। ਮੇਰੇ ਕੋਲ ਚੱਲ ਕੇ ਤੂੰ ਜਮ ਆ ਤੇਰੇ ਸਾਹਮਣੇ ਮੇਰਾ ਧੋਲਾ ਝਾਟਾ ਨੁੱਖਾਂ ਦੇ ਕੰਨੀ ਗੱਲ ਨਾ ਚੜੇ। ਤੂੰ ਅੰਦਰ ਵੜ ਕੇ ਮੇਰੇ ਭਾਵੇਂ 100 ਛਿੱਤਰ ਮਾਰ ਲੈ। ਐ ਨਾ ਕਹੋ ਬੇਬੇ, ਐ ਨਾ ਕਹੋ, ਮੈਂ ਤਾਂ ਸਾਰੀ ਉਮਰ ਸਿੱਖਾਂ ਉੱਤੇ ਪੁੱਜਦੀ ਰਹੀ ਹਾਂ। ਮੇਰਾ ਦਿਲ ਜਾਣਦਾ ਕਿੰਨਾ ਸੱਲ ਹੁੰਦਾ ਬਦਨਾਮੀ ਤੇ ਜਿਉਣੇ ਦਾ। ਨੰਦਕੁਰੇ ਤੂੰ ਵੱਡੀ, ਮੈਂ ਛੋਟੀ। ਹਰਕੁਰ ਦੇ ਬੁੱਲ ਕੰਬਣ ਲੱਗੇ। ਮਹਾਂ ਮੋਠਾਂ 'ਚ ਕੌਣ ਬੜਾ ਛੋਟਾ ਬੇਬੇ। ਨੰਦਕੁਰੇ ਅਸੀਂ ਤੇਰੇ ਨਾਲ ਬੜੀਆਂ ਕੀਤੀਆਂ। ਹਰਕੁਰ ਵਰਗਾ ਨਿਮਾਣਾ ਅੱਜ ਕੋਈ ਨਹੀਂ ਸੀ। ਤੂੰ ਮੇਰਾ ਵਸਾਹ ਕਰ ਬੇਬੇ, ਤੂੰ ਮੈਨੂੰ ਆਪਣੀ ਜਾਣ, ਬਸ ਤੂੰ ਮੈਨੂੰ ਆਪਣੀ ਜਾਣ। ਭਰੇ ਗਲੇ ਨਾਲ ਕਹਿੰਦਿਆਂ ਨੰਦੀ ਮੂੰਹ ਉੱਤੇ ਵਗ ਤੁਰੀਆਂ ਪਾਣੀ ਦੀਆਂ ਘਰਾਲਾਂ ਪੂੰਝਣ ਲੱਗੀ। ਲੱਖ ਰੰਜੀਆਂ ਦੇ ਹੁੰਦਿਆਂ ਵੀ ਅਪਣਾਏ ਜਾਣ ਲਈ ਤਰਸਦੀ ਨੰਦੋ ਨੇ ਕਦੇ ਵਿਸਾਹਘਾਤ ਨਾ ਕੀਤਾ। ਵਿੱਚੋਂ ਵਿੱਚ ਸੁਲਗਦੀ ਗੱਲ ਭਾਵੇਂ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ, ਪਰ ਅਸ਼ਕੇ ਪਿੰਡ ਦੇ ਜੋ ਕਿਸੇ ਨੇ ਵੀ ਧੁਖਦੀ ਨੂੰ ਹਵਾ ਦੇਣ ਦਾ ਯਤਨ ਕੀਤਾ ਹੋਵੇ, ਹਰ ਕਿਸੇ ਨੇ ਵਾਹ ਲੱਗਦੀ ਇਹ ਭੇਤ ਆਪਣੇ ਕੋਲ ਸਾਂਭਿਆ ਹੋਇਆ ਸੀ। ਇਹ ਸੀ ਕਹਾਣੀ ਭੇਤ ਵਾਲੀ ਗੱਲ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਮਨੁੱਖੀ ਮਾਨਸਿਕਤਾ ਨੂੰ ਬੜੀ ਖੂਬਸੂਰਤੀ ਨਾਲ ਉਲੀਕਿਆ। ਇੱਕ ਛੋਟੀ ਜਿਹੀ ਗੱਲ ਦਾ ਭੇਤ ਰੱਖਣਾ ਮਨੁੱਖ ਲਈ ਇੰਨਾ ਔਖਾ ਹੋ ਜਾਂਦਾ ਹੈ ਕਿ ਜਿਵੇਂ ਹੀ ਉਸਨੂੰ ਕਿਸੇ ਨਵੇਂ ਭੇਤ ਦਾ ਪਤਾ ਚੱਲਦਾ ਹੈ, ਉਹ ਜਲਦੀ ਤੋਂ ਜਲਦੀ ਆਪਣੇ ਕਿਸੇ ਨਜ਼ਦੀਕੀ ਨਾਲ ਸਾਂਝਾ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਕਹਾਣੀਕਾਰ ਨੇ ਪੰਜਾਬੀ ਸੱਭਿਆਚਾਰ ਦੇ ਉਸ ਚਰਿੱਤਰ ਨੂੰ ਉਭਾਰਿਆ ਜਿਸ ਵਿੱਚ ਧੀਆਂ ਭੈਣਾਂ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਹਨ ਅਤੇ ਹਰ ਕੋਈ ਧੀ ਧਿਆਣੀ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦਾ ਹੈ ਤੇ ਪਤਾ ਲੱਗੀ ਗੱਲ ਨੂੰ ਹਵਾ ਨਹੀਂ ਦੇਣਾ ਚਾਹੁੰਦਾ, ਸਗੋਂ ਇੱਕ ਦੂਜੇ ਨੂੰ ਅੱਗੇ ਨਾ ਦੱਸ